ड्राइवर है जी मेरा बंदा मेरे टाइम 'ਚ ਇੱਕ ਹੀ ਬੱਸ ਜਾਂਦੀ ਹੈ ਜਦੋਂ ਸਾਡੀ ਬੱਸ ਇੱਕ ਚੱਲਦੀ ਹੈ ਇੱਕ ਟਾਈਮ 'ਚ ਤਾਂ ਇਹਨਾਂ ਦੀ ਵੀ ਇੱਕ ਹੀ ਚੱਲਣੀ ਚਾਹੀਦੀ ਹੈ ਜਿਹੜਾ ਰੂਲ ਬਣਦਾ। ਇਹਨਾਂ ਨੇ ਇਹ ਕਹਿੰਦੇ ਵੀ ਨਹੀਂ ਅਸੀਂ ਤਾਂ ਦੋਨੇ ਹੀ ਕੱਢਣੀਆਂ। ਇਹ ਗੱਲ ਕਰਕੇ ਸਾਡੀ ਚਲੋ ਜੀ ਬਹਿਸਬਾਜ਼ੀ ਹੋ ਗਈ ਥੋੜੀ ਬਾਲੀ। ड्राइवर है जी मेरा बंदा मेरे ਅਸੀਂ ਇਹ ਕਿਹਾ ਜੀ ਨਹੀਂ ਅਸੀਂ ਜਾਣਦੇ ਨਹੀਂ। ਉਹ ਕਹਿੰਦੇ ਅਸੀਂ ਜਾਣੇ ਜਾਣਾ। ਇਹਨਾਂ ਨੇ ਮੰਤਰੀ ਨੂੰ ਬੁਲਾ ਲਿਆ ਜੀ ਇੱਥੇ। ਜਦੋਂ ਮੰਤਰੀ ਸਾਹਿਬ ਆਏ ਉਹ ਕਹਿੰਦੇ ਜੀ ਦੱਸੋ ਕੀ ਗੱਲ ਆ। ਚਲੋ ਇਹਨਾਂ ਨੇ ਗੱਲਬਾਤ ਸਾਡੀ ਤਾਂ ਸੁਣੀ ਨਹੀਂ ਕਿਸੇ ਨੇ। ड्राइवर है जी मेरा बंदा मेरे ਕਹਿੰਦੇ ਜੀ ਤੁਹਾਡੀਆਂ ਅਸੀਂ ਬੱਸ ਬਾਉਂਡ ਕਰ ਦਿਆਂਗੇ ਤੁਹਾਡੇ ਬੰਦੇ ਤੇ। ਉਹਨਾਂ ਨੇ ਸਾਡੇ ਅੱਡਾ ਇੰਚਾਰਜ ਤੇ ਕਿਹਾ ਜੀ ਪਰਚਾ ਦੇਣਾ ਜੀ ਉਹਨਾਂ ਦੇ। ड्राइवर है जी मेरा बंदा मेरे ਜਦੋਂ ਸਾਡਾ ਟੈਕਸ ਪੂਰਾ ਸਭ ਕੁਝ ਪੂਰਾ ਸਾਡਾ ਕੁਝ ਵੀ ਇੱਕ ਵੀ ਰੁਪਿਆ ਟੈਕਸ ਨਹੀਂ ਰਹਿ ਰਿਹਾ। ਸਾਰਾ ਕੁਝ ਪੂਰਾ ਸਾਡਾ ਕੋਈ ਵੀ ਕਿਸੇ ਪ੍ਰਕਾਰ ਦੀ ਕੋਈ ਪ੍ਰੋਬਲਮ ਨਹੀਂ ਸਾਡੀ ਗੱਡੀ ਦੇ ਵਿੱਚ। ਉਸ ਤੋਂ ਬਾਅਦ ਉਹਨਾਂ ਨੇ ਇਹ ਗੱਲ ਵਧੀ ਕਿ ਉਹਨਾਂ ਨੇ ਰਾਜਾ ਵੜਿੰਗ ਨੂੰ ਫੋਨ ਲਾਤਾ ਜੀ। ਜਦੋਂ ਰਾਜਾ ਵੜਿੰਗ ਜੀ ਆਏ ਆ ਜੀ ਤੇ ਸਾਡੀਆਂ ਜਿਹੜੀਆਂ ਟਿਕਟਾਂ ਕੱਟੀਆਂ ਜੀ ਮੋਗਾ ਫਿਰੋਜ਼ਪੁਰ ਸਾਡੇ ਪਰਮਿਟ ਵਾਲੀ ਗੱਡੀ ਆ ਜੀ ਟਾਈਮ ਵਾਲੀ ਗੱਡੀ ਆ ਜੀ ਤੇ ਸਾਡੀ ਸਾਰੀਆਂ ਜਿੰਨੀਆਂ ਸਵਾਰੀਆਂ ਨੂੰ ਪੈਸੇ ਵਾਪਸ ਨੂੰ ਮੋੜਨੇ ਨੇ। ਜੇ ਮੰਨ ਲਓ ਟਰਾਂਸਪੋਰਟ ਮੰਤਰੀ ਬਣਿਆ ਰਾਜਾ ਵੜਿੰਗ ਤੇ ਮੰਨ ਲਓ ਪ੍ਰਾਈਵੇਟ ਕੰਪਨੀਆਂ ਨਾਲ ਬਹੁਤ ਜ਼ਿਆਦਾ ਧੱਕਾ ਕਰ ਰਹੇ ਆ। ਪਹਿਲਾਂ ਆਪਸ ਵਿੱਚ ਦੋਵੇਂ ਡਿਪੂ ਲੜੀ ਗਏ। ਬਾਅਦ 'ਚ ਮੇਰੇ 'ਤੇ ਗੱਲ ਆ ਗਈ ਵੀ ਤੂੰ ਸਾਨੂੰ ਧੱਕੇ ਮਾਰਿਆ। ਬਲਕਿ ਧੱਕਾ ਕੋਈ ਨਹੀਂ ਮਾਰਿਆ ਮੈਨੂੰ ਉਲਟਾ ਉੱਥੇ ਰਾਜਾ ਵੜਿੰਗ ਸਾਹਿਬ ਜੀ ਆ ਕੇ ਆਣ ਕੇ ਧੱਕੇ ਨਾਲ ਮੇਰੇ 'ਤੇ ਪਰਚਾ ਕਰਵਾ ਗਏ। ਚੰਡੀਗੜ੍ਹ ਗੱਡੀ ਆਉਣੀ ਸਾਰੇ ਕਾਗਜ਼ ਪੂਰੇ ਹੁੰਦੇ ਆ। ਹਰ ਜਗ੍ਹਾ ਤੇ ਕੈਮਰੇ ਲੱਗੇ ਆ। ਬਿਨਾਂ ਕਾਗਜ਼ਾਂ ਤੋਂ ਗੱਡੀ ਚੰਡੀਗੜ੍ਹ ਐਂਟਰ ਨਹੀਂ ਹੁੰਦੀ। ਸਾਡੀਆਂ ਗੱਡੀਆਂ ਸਾਰੀਆਂ ਪਰਮਿਟ ਵਾਲੀਆਂ ਫੁੱਲ ਧੱਕਾ ਕਰ ਰਹੇ ਸਾਡੇ ਨਾਲ। ਸਾਡੇ ਕੋਲ ਕਾਗਜ਼ ਹੋਣ ਦੇ ਅਨੁਸਾਰ ਵੀ ਆਣ ਕੇ ਧੱਕੇ ਨਾਲ ਮੈਨੂੰ ਆਉਂਦੇ ਸਾਰੀ ਕੋਈ ਮੇਰੀ ਸੁਣੀ ਨਹੀਂ। ਉਹ ਆਪਣੇ ਕਰੈਕਟਰ ਦੀ ਸੁਣ ਕੇ ਨਾ ਕੋਈ ਗੱਲ ਕੀਤੀ ਮੇਰੇ ਨਾਲ। ਬਸ ਮੁਲਾਜ਼ਮ ਬੁਲਾ ਕੇ ਕਹਿੰਦਾ ਇਹਨੂੰ ਅੰਦਰ ਦੇ ਦਿਓ ਪਰਚਾ ਕਰ ਦਿਓ। ਮੈਂ ਇਸ ਟਾਈਮ ਤੇ ਥਾਣੇ 'ਚ। ਪੰਜਾਬ ਦੀ ਨਵੀਂ ਕੈਬਨਿਟ ਦੇ ਨਵੇਂ ਬਣੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਜਿਹੜੇ ਕਿ ਅਕਸਰ ਹੀ ਵਿਰੋਧੀ ਪਾਰਟੀਆਂ ਦੇ ਖਿਲਾਫ ਖੁੱਲ੍ਹ ਕੇ ਬੋਲਣ ਲਈ ਜਾਣੇ ਜਾਂਦੇ ਨੇ। ਪਰ ਹੱਦ ਤਾਂ ਉਦੋਂ ਹੋ ਗਈ ਜਦੋਂ ਮੰਤਰੀ ਸਾਹਿਬ ਨੇ ਆਪਣੇ ਅਹੁਦੇ ਦੀ ਤਾਕਤ ਦਿਖਾਉਂਦੇ ਹੋਏ ਪ੍ਰਾਈਵੇਟ ਬੱਸਾਂ ਵਾਲਿਆਂ ਤੇ ਅਜਿਹਾ ਡਰ ਪਾਇਆ ਕਿ ਜਿਹੜੇ ਸਾਰੇ ਟੈਕਸ ਦਿੰਦੇ ਹੋਏ ਤੇ ਕਾਗਜ਼ਾਤ ਪੂਰੇ ਹੋਣ ਦੇ ਬਾਵਜੂਦ ਮੰਤਰੀ ਸਾਹਿਬ ਅੱਗੇ ਝੁਕਣ ਨੂੰ ਮਜਬੂਰ ਨੇ। ਇਹ ਇਲਜ਼ਾਮ ਲਗਾਏ ਨੇ ਪ੍ਰਾਈਵੇਟ ਬੱਸਾਂ ਦੇ ਮੁਲਾਜ਼ਮਾਂ ਨੇ ਜਿਨ੍ਹਾਂ ਦਾ ਕਿ ਸਰਕਾਰੀ ਬੱਸ ਦੇ ਮੁਲਾਜ਼ਮਾਂ ਨਾਲ ਝਗੜਾ ਹੁੰਦਾ ਤੇ ਉਸ ਤੋਂ ਬਾਅਦ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਮੌਕੇ ਤੇ ਆਉਂਦੇ ਨੇ ਤੇ ਪ੍ਰਾਈਵੇਟ ਬੱਸਾਂ ਵਾਲਿਆਂ ਦੀ ਬਿਨਾਂ ਕੁਝ ਸੁਣੇ ਉਹਨਾਂ ਤੇ ਹੀ ਪਰਚੇ ਦਰਜ ਕਰਵਾ ਦਿੰਦੇ ਨੇ। ਸੁਣੋ ਕੀ ਹੈ ਪੂਰਾ ਮਾਮਲਾ ਤੇ ਕੀ ਇਲਜ਼ਾਮ ਲਾ ਰਹੇ ਨੇ ਪ੍ਰਾਈਵੇਟ ਬੱਸਾਂ ਦੇ ਮੁਲਾਜ਼ਮ। ਇੱਥੇ ਜਿਹੜੀ ਰੋਡਵੇਜ ਦੀ ਬੱਸ ਆ ਆਪਣਾ 2:05 ਦਾ ਟਾਈਮ ਆ ਉਹਨਾਂ ਦਾ। ਇੱਕ ਟਾਈਮ ਆ ਉੱਥੇ ਰੋਡਵੇਜ ਦਾ। ਉੱਥੇ ਇਹ ਬੱਸਾਂ ਅੱਜ 2 ਕੱਢ ਰਹੇ ਸੀਗੇ। ਇੱਕ ਮੁਕਤਸਰ ਡਿਪੂ ਦੀ ਇੱਕ ਲੁਧਿਆਣਾ ਡਿਪੂ ਦੀ। ਠੀਕ ਹੈ ਉਸ ਤੋਂ ਬਾਅਦ ਸਾਡਾ ਟਾਈਮ ਆ। ਉਸ ਤੋਂ ਇਹਨਾਂ ਨੇ 2 ਬੱਸਾਂ ਕੱਢੀਆਂ। ਅਸੀਂ ਉਹਨਾਂ ਨੂੰ ਕਿਹਾ ਵੀ ਇੱਕ ਬੱਸ ਕੱਢ ਲਓ ਤੁਹਾਡਾ ਇੱਕ ਟਾਈਮ ਆ। ਇੱਕ ਟਾਈਮ 'ਚ ਇੱਕ ਹੀ ਬੱਸ ਜਾਂਦੀ ਹੈ ਜਦੋਂ ਸਾਡੀ ਬੱਸ ਇੱਕ ਚੱਲਦੀ ਹੈ ਇੱਕ ਟਾਈਮ 'ਚ ਤਾਂ ਇਹਨਾਂ ਦੀ ਵੀ ਇੱਕ ਹੀ ਚੱਲਣੀ ਚਾਹੀਦੀ ਹੈ ਜਿਹੜਾ ਰੂਲ ਬਣਦਾ। ਇਹਨਾਂ ਨੇ ਇਹ ਕਹਿੰਦੇ ਵੀ ਨਹੀਂ ਅਸੀਂ ਤਾਂ ਦੋਨੇ ਹੀ ਕੱਢਣੀਆਂ। ਇਹ ਗੱਲ ਕਰਕੇ ਸਾਡੀ ਚਲੋ ਜੀ ਬਹਿਸਬਾਜ਼ੀ ਹੋ ਗਈ ਥੋੜੀ ਬਾਲੀ। ਅਸੀਂ ਇਹ ਕਿਹਾ ਜੀ ਨਹੀਂ ਅਸੀਂ ਜਾਣਦੇ ਨਹੀਂ। ਉਹ ਕਹਿੰਦੇ ਅਸੀਂ ਜਾਣੇ ਜਾਣਾ। ਇਹਨਾਂ ਨੇ ਮੰਤਰੀ ਨੂੰ ਬੁਲਾ ਲਿਆ ਜੀ ਇੱਥੇ। ਜਦੋਂ ਮੰਤਰੀ ਸਾਹਿਬ ਆਏ ਉਹ ਕਹਿੰਦੇ ਜੀ ਦੱਸੋ ਕੀ ਗੱਲ ਆ। ਚਲੋ ਇਹਨਾਂ ਨੇ ਗੱਲਬਾਤ ਸਾਡੀ ਤਾਂ ਸੁਣੀ ਨਹੀਂ ਕਿਸੇ ਨੇ। ਕਹਿੰਦੇ ਜੀ ਤੁਹਾਡੀਆਂ ਅਸੀਂ ਬੱਸ ਬਾਉਂਡ ਕਰ ਦਿਆਂਗੇ ਤੁਹਾਡੇ ਬੰਦੇ ਤੇ। ਉਹਨਾਂ ਨੇ ਸਾਡੇ ਅੱਡਾ ਇੰਚਾਰਜ ਤੇ ਕਿਹਾ ਜੀ ਪਰਚਾ ਦੇਣਾ ਜੀ ਉਹਨਾਂ ਦੇ। ਕਹਿੰਦੇ ਤੁਹਾਨੂੰ ਫੜ ਕੇ ਅਸੀਂ ਅੰਦਰ ਕਰਦੇ ਹਾਂ। ਤੁਸੀਂ 25 ਸਾਲ ਰਾਜ ਕੀਤਾ ਤੁਸੀਂ ਰੱਜੇ ਨਹੀਂ। ਜਦੋਂ ਸਾਡਾ ਟੈਕਸ ਪੂਰਾ ਸਭ ਕੁਝ ਪੂਰਾ ਸਾਡਾ ਕੁਝ ਵੀ ਇੱਕ ਵੀ ਰੁਪਿਆ ਟੈਕਸ ਨਹੀਂ ਰਹਿ ਰਿਹਾ। ਸਾਰਾ ਕੁਝ ਪੂਰਾ ਸਾਡਾ ਕੋਈ ਵੀ ਕਿਸੇ ਪ੍ਰਕਾਰ ਦੀ ਕੋਈ ਪ੍ਰੋਬਲਮ ਨਹੀਂ ਸਾਡੀ ਗੱਡੀ ਦੇ ਵਿੱਚ। ਠੀਕ ਹੈ ਟਾਈਮ ਤੁਹਾਡਾ ਹੀ ਸਾਡਾ 2:05 ਤੋਂ 13 ਤੱਕ ਸਾਡਾ ਟਾਈਮ ਆ। 2:05 ਤੱਕ ਉਹਨਾਂ ਦਾ ਟਾਈਮ ਆ। ਸਾਡੇ ਜਦੋਂ ਅੱਗੇ ਇੱਕ ਬੱਸ ਦਾ ਟਾਈਮ ਆ ਤਾਂ ਅਸੀਂ ਇੱਕ ਹੀ ਜਾਣ ਦੇਵਾਂਗੇ। ਕੋਈ ਵੀ ਆ ਉਹ ਹਰੇਕ ਹੀ ਇੱਕ ਹੀ ਬੱਸ ਜਾਣ ਦਿੰਦਾ ਆਪਣੇ ਮੂਹਰੇ। ਇਹ ਮੰਤਰੀ ਖੁਦ ਮੌਕੇ ਤੇ ਪਹੁੰਚੇ? ਹਾਂਜੀ ਇੱਥੇ ਆਏ ਸੀ। ਉਹਨਾਂ ਨੇ ਬੁਲਾਏ ਸੀਗੇ ਰੋਡਵੇਜ ਵਾਲਿਆਂ ਨੇ ਫੋਨ ਕਰਕੇ ਜੀ। ਕੀ ਲੱਗਦਾ ਕੀ ਧੱਕਾ ਹੋ ਰਿਹਾ ਜੀ? ਬਿਲਕੁਲ ਕੋਈ ਰੂਲ ਨਹੀਂ ਕੋਈ ਰੈਗੂਲੇਸ਼ਨ ਨਹੀਂ। ਚਲੋ ਟੈਕਸ ਪੂਰਾ ਟਾਈਮ ਹੈਗਾ ਸਾਡਾ। ਸਾਡੇ ਟਾਈਮ 'ਚ ਹੀ ਸਾਡੇ ਨਾਲ ਧੱਕਾ ਹੋ ਰਿਹਾ ਜੀ। ਇਹਦਾ ਤਾਂ ਕੋਈ ਮਤਲਬ ਨਹੀਂ ਬਣਿਆ ਜੀ ਇੱਥੇ ਆਉਣ ਦਾ। ਯਾਨੀ ਵੈਂਡੇਟਾ ਪੋਲਿਟਿਕਸ ਹੋ ਗਈ। ਹਾਂਜੀ ਪੋਲਿਟਿਕਸ ਕਰ ਰਹੇ ਜੀ ਬਿਲਕੁਲ। ਬਈ ਮੇਰਾ ਨਾਮ ਤਰਸੇਮ ਸਿੰਘ ਹੈ ਜੀ ਤੇ ਮੈਂ ਜੁਝਾਰ ਬੱਸ ਦਾ ਵਰਕਰ ਹਾਂ ਜੀ ਕਨੈਕਟਰ ਹੈ ਇੱਥੋਂ ਦੇ। ਕੀ ਹੋਇਆ ਕੀ ਹੈ? ਹੋਇਆ ਕਿ ਬਾਜੀ ਮੁਕਤਸਰ ਦੀ ਗੱਡੀ ਲੱਗੀ ਸੀ ਜਿੰਦਾ ਨਜਾਇਜ਼ ਟਾਈਮ ਸੀਗਾ ਜੀ ਮੁਕਤਸਰ ਡਿਪੂ ਦੇ ਜੀ।
ਉਹ ਮੁਕਤਸਰ ਤੇ ਮੋਗੇ ਦੀ ਸਵਾਰੀ ਭਾ ਰਿਹਾ ਸੀਗਾ ਜੀ। ਉਹਦਾ ਹਾਲੇ ਕੀ ਟਾਈਮ ਨਹੀਂ ਹੈਗਾ ਸੀ ਤੇ ਸਾਡੇ ਵਰਕਰ ਕਹਿ ਰਹੇ ਸੀ ਵੀ ਤੇਰਾ ਲੁਧਿਆਣੇ ਦਾ ਟਾਈਮ, ਤੂੰ ਲੁਧਿਆਣੇ ਤੱਕ ਜਾ ਸਕਦਾ, ਤੂੰ ਆਦੀ ਸਵਾਰੀ ਭਾਲਾ ਲੁਧਿਆਣੇ ਦੀ। ਉਸ ਤੋਂ ਬਾਅਦ ਉਹਨਾਂ ਰੋਡਵੇ ਦੇ ਮੁਲਾਜ਼ਮਾਂ ਨੇ ਸਾਡੇ ਮੁਲਾਜ਼ਮਾਂ ਨਾਲ ਧੱਕਾ ਕੀਤਾ ਜੀ। ਉਹਨਾਂ ਦੇ ਮੂਹਰੇ ਗੱਡੀ ਦੇ ਆਣ ਕੇ ਖੜਦੇ ਬੋਲੇ ਜੀ, ਬਹੁਤ ਮਾੜਾ ਚੰਗਾ। ਫਿਰ ਵੀ ਅਸੀਂ ਸਵਾਰੀਆਂ ਨਹੀਂ ਗੱਡੀ 'ਚ ਲਾਈਆਂ ਜੀ, ਨਾ ਸਾਡੇ ਅੱਡਾ ਇੰਚਾਰਜ ਨੇ ਲਾਈਆਂ ਜੀ, ਨਾ ਅਸੀਂ ਸਵਾਰੀਆਂ ਲਾਈਆਂ ਜੀ। ਉਸ ਤੋਂ ਬਾਅਦ ਉਹਨਾਂ ਨੇ ਇਹ ਗੱਲ ਵਧੀ ਕਿ ਉਹਨਾਂ ਨੇ ਰਾਜਾ ਵੜਿੰਗ ਨੂੰ ਫੋਨ ਲਾਤਾ ਜੀ। ਜਦੋਂ ਰਾਜਾ ਵੜਿੰਗ ਜੀ ਆਏ ਆ ਜੀ ਤੇ ਸਾਡੀਆਂ ਜਿਹੜੀਆਂ ਟਿਕਟਾਂ ਕੱਟੀਆਂ ਜੀ, ਮੋਗਾ ਫਿਰੋਜ਼ਪੁਰ ਸਾਡੇ ਪਰਮਿਟ ਵਾਲੀ ਗੱਡੀ ਆ ਜੀ, ਟਾਈਮ ਵਾਲੀ ਗੱਡੀ ਆ ਜੀ, ਤੇ ਸਾਡੀ ਸਾਰੀਆਂ ਜਿੰਨੀਆਂ ਸਵਾਰੀਆਂ ਨੂੰ ਪੈਸੇ ਵਾਪਸ ਸਾਨੂੰ ਮੋੜਨੇ ਪਏ। ਉਹ ਸਰਕਾਰੀ ਬੱਸ ਲੱਗੀ ਆ ਜੀ 1:05 ਤੇ, ਠੀਕ ਆ ਜੀ। ਤੇ ਉਹਦੇ ਵਿੱਚ ਨੂੰਦੀਪ ਦਾ ਟਾਈਮ ਹੈ ਜੀ, ਨੂੰਦੀਪ ਦਾ ਟਾਈਮ ਬੰਦ ਪਈ ਹੈ ਗੱਡੀ ਜੀ, ਜਿਹੜਾ ਉਹ ਟੈਕਸ ਨਾ ਦੇਣ ਕਰਕੇ ਉਹ ਟਾਈਮ ਦੇ ਜਿਹੜੀ ਸਵਾਰੀ ਉਹ ਸਾਡੀ ਅਸੀਂ ਕਵਰ ਕਰ ਸਕਦੇ ਹਾਂ ਜੀ। ਉਹ ਅਸੀਂ ਉਹਨਾਂ ਦਾ ਟਾਈਮ ਹੈਗਾ 2:53 1:53 ਦਾ ਟਾਈਮ ਨੂੰਦੀਪ ਦਾ ਜੀ, ਠੀਕ ਹੈ ਜੀ। ਤੇ 2:53 ਤੋਂ ਲੈ ਕੇ ਤੇ 5 ਤੱਕ ਦਾ ਟਾਈਮ ਹੈਗਾ ਹੁੰਦਾ ਦੂਜੀ ਦਾ ਮੁਕਤਸਰ ਲੁਧਿਆਣਾ ਡਿਪੂ ਦਾ ਜੀ। ਫਿਰ ਤੁਹਾਡੀ ਬੱਸ ਕਿੰਨੇ ਵਜੇ ਲੱਗੀ ਸੀ? ਆਪਣੀ ਬੱਸ ਤਾਂ ਅੱਗੇ ਖੜੀ ਸੀ ਜੀ। ਅੱਗੇ ਹੀ ਬੱਸ ਖੜੀ ਸੀ? ਹਾਂਜੀ ਸਟਾਪ ਤੇ ਲਾਣੀ ਸੀ? ਹਾਂਜੀ, ਸਟਾਪ ਤੇ ਲਾਉਣੀ ਸੀ, ਲਾਉਣ ਹੀ ਨਹੀਂ ਦਿੱਤੀ ਜੀ ਇਹਨਾਂ ਨੇ। ਕੀ ਧੱਕਾ ਹੋ ਰਿਹਾ? ਹਾਂਜੀ ਬਿਲਕੁਲ ਜੀ, ਨਜਾਇਜ਼ ਧੱਕਾ ਹੋ ਰਿਹਾ। ਜੇ ਮੰਨ ਲਓ ਟਰਾਂਸਪੋਰਟ ਮੰਤਰੀ ਬਣਿਆ ਰਾਜਾ ਵੜਿੰਗ ਤੇ ਮੰਨ ਲਓ ਪ੍ਰਾਈਵੇਟ ਕੰਪਨੀਆਂ ਨਾਲ ਬਹੁਤ ਜ਼ਿਆਦਾ ਧੱਕਾ ਕਰ ਰਿਹਾ ਜੀ। ਕਾਰਨ ਕੀ ਹੈ? ਕਾਰਨ ਇਹੀ ਹੋ ਸਕਦਾ ਕਿ ਜਿਹੜਾ ਮੰਨ ਲਓ ਵੀ ਜਾਤੀ ਰੰਜਿਸ਼ ਕੱਢ ਰਿਹਾ ਜੀ। ਆਪਸ ਵਿੱਚ ਜਿਹੜੀ ਇਹਨਾਂ ਦੀ ਜਾਤੀ ਰੰਜਿਸ਼ ਹੈ ਉਹ ਨਾਲ ਦੂਜੀਆਂ ਕੰਪਨੀਆਂ ਨੂੰ ਨੁਕਸਾਨ ਪਹੁੰਚ ਰਿਹਾ ਜੀ। ਜਿਹੜੇ ਹੁਣ ਸਾਡੇ ਵਰਕਰ ਆ ਪ੍ਰਾਈਵੇਟ, ਉਹ ਸਾਰੇ ਹੁਣ ਜਿਵੇਂ ਮੰਨ ਲਓ ਹੁਣ ਸਾਡਾ ਪੂਰਾ ਨੁਕਸਾਨ ਹੋ ਰਿਹਾ ਤੇ ਜਿਹੜੀ ਸਵਾਰੀ ਫਿਰੋਜ਼ਪੁਰ ਦੀ ਖਰਾਬ ਹੋ ਰਹੀ ਹੈ ਜੀ। ਇੱਥੋਂ 5 ਘੰਟੇ ਦਾ ਸਫ਼ਰ ਹੈ ਜੀ। ਹੁਣ ਜਿਹੜੀ ਲੇਡੀ ਸਵਾਰੀ ਬੈਠੀ ਹੈ, ਅਨਮੈਰਿਡ ਕੁੜੀਆਂ ਬੈਠੀਆਂ ਨੇ, 7-8 ਹਜ਼ਾਰ ਦੀਆਂ ਟਿਕਟਾਂ ਕੱਟੀਆਂ ਜਿਹੜੀਆਂ ਇਹਨਾਂ ਨੇ ਸਾਡੇ ਤੋਂ ਵਾਪਸ ਕਰਾ ਲਈਆਂ। ਮਰਸਡੀ ਗੱਡੀ ਵੈਲਵੂ ਦਾ ਕਰਾਇਆ ਜੀ। ਸਰ ਮੇਰਾ ਨਾਮ ਮਨਜੀਤ ਸਿੰਘ ਹੈ। ਕੀ ਹੋਇਆ ਕੀ ਹੈ? ਸਰ ਕੁਝ ਨਹੀਂ, ਮੈਂ ਇੱਥੇ ਪ੍ਰਾਈਵੇਟ ਜੌਬ ਕਰਦਾ ਜੀ, ਜੁਝਾਰ ਬੱਸ ਇੰਚਾਰਜ ਤੌਰ ਤੇ। ਰੋਡਵੇਜ਼ ਦੀਆਂ 2 ਗੱਡੀਆਂ ਲੈ ਕੇ ਆਏ ਆ, ਇੱਕ ਮੁਕਤਸਰ ਡਿਪੂ ਦੀ, ਇੱਕ ਲੁਧਿਆਣਾ ਡਿਪੂ ਦੀ। ਬਲਕਿ ਟਾਈਮ ਚੰਡੀਗੜ੍ਹ ਡਿਪੂ ਦਾ ਲੁਧਿਆਣਾ ਤੱਕ ਪੱਕਾ ਗੱਡੀ ਜਾਂਦੀ ਆ ਹੁਣ ਲੁਧਿਆਣਾ ਡਿਪੂ ਦੀ। ਪਰ ਮੁਕਤਸਰ ਡਿਪੂ ਦਾ ਜਿਹੜਾ ਟਾਈਮ ਉਹ 4:50 ਦਾ। ਉਹ ਕਹਿੰਦਾ ਮੈਂ 2:05 ਤੇ ਜਾਣਾ, ਧੱਕੇ ਨਾਲ ਲਾ ਕੇ ਬੈਠ ਗਿਆ। ਪਹਿਲਾਂ ਆਪਸ ਵਿੱਚ ਦੋਵੇਂ ਡਿਪੂ ਲੜੀ ਗਏ, ਬਾਅਦ 'ਚ ਮੇਰੇ ਤੇ ਗੱਲ ਆ ਗਈ ਵੀ ਤੂੰ ਸਾਨੂੰ ਧੱਕੇ ਮਾਰਿਆ। ਬਲਕਿ ਧੱਕਾ ਕੋਈ ਨਹੀਂ ਮਾਰਿਆ, ਮੈਨੂੰ ਉਲਟਾ ਉੱਥੇ ਰਾਜਾ ਵੜਿੰਗ ਸਾਹਿਬ ਜੀ ਆ ਕੇ ਆਣ ਕੇ ਧੱਕੇ ਨਾਲ ਮੇਰੇ ਤੇ ਪਰਚਾ ਕਟਵਾ ਗਏ। ਤੇ ਕੋਈ ਆਏ ਵੀ ਇਹ ਧੱਕਾ ਸਹੀ ਕਰ ਰਿਹਾ, ਧੱਕੇ ਮਾਰੇ ਨੇ, ਸਰਕਾਰੀ ਕੰਮ 'ਚ ਵਿਘਨ ਪਾਇਆ ਤੇ ਗਾਲੀ ਗਲੋਚ ਕੀਤਾ। ਬਲਕਿ ਉਹਨਾਂ ਦੇ ਜਿਹੜਾ ਕਨੈਕਟਰ ਰੋਡਵੇਜ਼ ਦਾ ਮੇਰੇ ਕੋਲ ਅੱਜ 4 ਦਿਨ ਹੋ ਗਏ ਪੈਸੇ ਮੰਗ ਰਿਹਾ 500 ਰੁਪਿਆ ਧੱਕੇ ਨਾਲ। ਕਹਿੰਦਾ ਮੈਨੂੰ 500 ਰੁਪਿਆ ਦੇ ਤਾਂ ਜਾਂ ਮੈਂ ਗੱਡੀ ਨਹੀਂ ਲਾਉਂਗਾ, ਨਹੀਂ ਤੇ ਮੈਂ ਮੁਕਤਸਰ ਨੂੰ ਗੱਡੀ ਧੱਕੇ ਨਾਲ ਇੱਥੇ ਲਾਉਂਗਾ ਤੇਰੇ ਅੱਗੇ, ਠੀਕ ਹੈ ਜੀ। ਸਾਡਾ ਟਾਈਮ ਹੈਗਾ 2:05 ਤੋਂ ਲੈ ਕੇ 13 ਤੱਕ ਦਾ ਫਿਰੋਜ਼ਪੁਰ ਨੂੰ। ਬਲਕਿ ਇਹਨਾਂ ਦਾ ਟਾਈਮ ਹੈਗਾ ਵਾ 1:53 ਤੋਂ 2:05 ਤੱਕ। ਲੁਧਿਆਣਾ ਡਿਪੂ ਦੀ ਪੱਕੀ ਗੱਡੀ ਚੱਲ ਰਹੀ ਹੈ ਇਸ ਟਾਈਮ ਤੇ। ਮੁਕਤਸਰ ਡਿਪੂ ਦਾ 4:50 ਦਾ ਟਾਈਮ ਆ ਔਰ ਉਹ ਧੱਕੇ ਨਾਲ 2:05 ਤੇ ਜਾ ਰਿਹਾ ਸੀ। ਅਸੀਂ ਰੋਕਿਆ ਨਹੀਂ, ਅਸੀਂ ਕਿਹਾ ਇੱਕ ਗੱਡੀ ਲੈ ਕੇ ਜਾਓ, ਜਿਹੜੀ ਮਰਜ਼ੀ ਲੈ ਜਾਓ, ਠੀਕ ਹੈ ਜੀ। ਵੀ ਇੱਕ ਗੱਡੀ ਦਾ ਟਾਈਮ ਹੈ, ਇੱਕ ਹੀ ਜਾਊਗੀ। ਦੋ ਟਾਈਮਾਂ 'ਚ 2 ਗੱਡੀਆਂ ਕਿ ਨਹੀਂ ਜਾਣਗੀਆਂ, ਵੀ ਇੱਕ ਟਾਈਮ 2 ਗੱਡੀਆਂ ਨਹੀਂ ਜਾਣਗੀਆਂ। ਧੱਕੇ ਨਾਲ 2 ਗੱਡੀਆਂ ਲੈ ਕੇ ਸਾਡਾ ਟਾਈਮ ਇਸ ਕਰਦਾ, ਸਾਡੀ ਗੱਡੀ ਸਾਈਡ ਤੇ ਲਵਾਤੀ ਆ ਕੇ, ਮੇਰੇ ਤੇ ਪਰਚਾ ਕਰਵਾਤਾ। ਇਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਗਲਤ ਕਰ ਰਿਹਾ ਜੀ, ਬੱਸ ਸਟੈਂਡ ਤੇ ਆ ਕੇ ਗਲਤ ਕਰ ਰਿਹਾ। ਇਹ ਪਬਲਿਕ ਜਾ ਕੇ ਸਾਡੇ ਫਿਰ ਇਹ ਤਾਂ ਇਕੱਲਾ ਓਨਲੀ ਰੋਡਵੇਜ਼ ਦਾ ਮੰਤਰੀ ਆ, ਹੋਰ ਕਿਸੇ ਦਾ ਮੰਤਰੀ ਨਹੀਂ ਹੈਗਾ ਟਰਾਂਸਪੋਰਟ ਦਾ, ਠੀਕ ਹੈ। ਹੋਰ ਕੀ ਇਕੱਲੇ ਰੋਡਵੇਜ਼ ਦਾ ਟਰਾਂਸਪੋਰਟ ਮੰਤਰੀ ਬਣ ਗਿਆ, ਬਾਕੀ ਟਰਾਂਸਪੋਰਟ ਦਾ ਕੋਈ ਮੰਤਰੀ ਨਹੀਂ। ਬਲਕਿ ਟੈਕਸ ਵਗੈਰਾ ਸਾਡੇ ਕੋਲ ਸਾਰੇ ਕਾਗਜ਼ ਪੂਰੇ ਆ, ਬਕਾਇਦਾ ਟੈਕਸ ਭਰਾਇਆ ਸਾਡੇ ਕੋਲ, ਔਨ ਡੂ ਸਭ ਕੋਲ ਸਰਟੀਫਿਕੇਟ ਪਏ। ਅਸੀਂ ਸਾਰੇ ਕਾਗਜ਼ ਮੇਰੇ ਕੋਲ ਆ, ਜਿਹੜਾ ਕੋਈ ਅਫਸਰ ਆਉਂਦਾ CTU ਦਾ ਚੈੱਕ ਕਰਦਾ। ਦਸ ਇੱਕ ਚੰਡੀਗੜ੍ਹ ਗੱਡੀ ਆਉਣੀ, ਸਾਰੇ ਕਾਗਜ਼ ਪੂਰੇ ਹੁੰਦੇ ਆ, ਹਰ ਜਗ੍ਹਾ ਤੇ ਕੈਮਰੇ ਲੱਗੇ ਆ। ਬਿਨਾਂ ਕਾਗਜ਼ਾਂ ਤੋਂ ਗੱਡੀ ਚੰਡੀਗੜ੍ਹ ਐਂਟਰ ਨਹੀਂ ਹੁੰਦੀ। ਸਾਡੀਆਂ ਗੱਡੀਆਂ ਸਾਰੀਆਂ ਪਰਮਿਟ ਵਾਲੀਆਂ ਫੁੱਲ ਧੱਕਾ ਕਰ ਰਹੇ ਸਾਡੇ ਨਾਲ, ਸਾਡੇ ਕੋਲ ਕਾਗਜ਼ ਹੋਣ ਦੇ ਅਨੁਸਾਰ ਵੀ। ਹਾਂਜੀ, ਬਿਨਾਂ ਕਾਗਜ਼ ਕੋਈ ਗੱਡੀ ਨਹੀਂ ਸਾਡੀ, ਬਿਨਾਂ ਕਾਗਜ਼ ਤੋਂ ਸਾਡਾ ਕੋਈ ਚੀਜ਼ ਨਹੀਂ। ਸਾਡਾ ਟੈਕਸ ਭਰਿਆ, ਸਾਰਾ ਕੁਝ ਰੁਕਿਆ, ਫਿਰ ਵੀ ਧੱਕਾ ਕਰ ਰਹੇ ਆਣ ਕੇ ਧੱਕੇ ਨਾਲ। ਮੈਨੂੰ ਉਹਦਾ ਸਾਰੀ ਕੋਈ ਮੇਰੀ ਸੁਣੀ ਨਹੀਂ। ਉਹ ਆਪਣੇ ਕਰੈਕਟਰ ਦੀ ਸੁਣ ਕੇ ਨਾ ਕੋਈ ਗੱਲ ਕੀਤੀ ਮੇਰੇ ਨਾਲ, ਬਸ ਮੁਲਾਜ਼ਮ ਬੁਲਾ ਕੇ ਕਹਿੰਦਾ ਇਹਨੂੰ ਅੰਦਰ ਦੇ ਦਿਓ, ਪਰਚਾ ਕਰ ਦਿਓ। ਬਸ ਮੈਂ ਇਸ ਟਾਈਮ ਤੇ ਥਾਣੇ 'ਚ। ਸੋ ਇਹਨਾਂ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਮਾਨਦਾਰ ਹੋਣ ਦੇ ਬਾਵਜੂਦ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਦੇ ਧੱਕੇ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਕਿਹਾ ਤਾਂ ਇਹ ਵੀ ਜਾ ਰਿਹਾ ਹੈ ਕਿ ਰਾਜਾ ਵੜਿੰਗ ਆਪਣਾ ਮੰਤਰੀ ਅਹੁਦਾ ਮਿਲਣ ਤੋਂ ਬਾਅਦ ਆਪਣੇ ਵਿਰੋਧੀਆਂ ਖਿਲਾਫ ਰੰਜਿਸ਼ ਕੱਢ ਰਹੇ ਨੇ। ਖੈਰ ਇਹਨਾਂ ਗੱਲਾਂ 'ਚ ਕਿੰਨੀ ਕੁ ਸੱਚਾਈ ਹੈ ਉਸ ਬਾਰੇ ਤਾਂ ਕੁਝ ਕਿਹਾ ਨਹੀਂ ਜਾ ਸਕਦਾ, ਪਰ ਜੇ ਪ੍ਰਾਈਵੇਟ ਬੱਸਾਂ ਵਾਲੇ ਆਪਣਾ ਕੰਮ ਇਮਾਨਦਾਰੀ ਦੇ ਨਾਲ ਕਰ ਰਹੇ ਨੇ, ਸਾਰੇ ਟੈਕਸ ਦੇ ਰਹੇ ਨੇ, ਕਾਗਜ਼ਾਤ ਇਹਨਾਂ ਦੇ ਸਾਰੇ ਪੂਰੇ ਨੇ, ਤਾਂ ਫਿਰ ਸਵਾਲ ਇਹ ਉੱਠਦਾ ਹੈ ਕਿ ਇਹਨਾਂ ਦੇ ਪਰਚੇ ਦਰਜ ਕਿਉਂ ਕੀਤੇ ਜਾ ਰਹੇ ਨੇ ਤੇ ਮੰਤਰੀ ਸਾਹਿਬ ਤੇ ਧੱਕਾ ਕਰਨ ਦੇ ਇਲਜ਼ਾਮ ਕਿਉਂ ਲੱਗ ਰਹੇ ਨੇ। ਇਹ ਸਭ ਹੁਣ ਜਾਂਚ ਦਾ ਵਿਸ਼ਾ ਹੈ ਤੇ ਇਸ ਦੀ ਉੱਚ ਪੱਧਰੀ ਜਾਂਚ ਜ਼ਰੂਰ ਹੋਣੀ ਚਾਹੀਦੀ ਹੈ ਤੇ ਹੁਣ ਇਹ ਵੀ ਦੇਖਣਾ ਹੋਵੇਗਾ ਕਿ ਮੰਤਰੀ ਰਾਜਾ ਵੜਿੰਗ ਇਸ ਮਾਮਲੇ ਨੂੰ ਲੈ ਕੇ ਕੀ ਸਪਸ਼ਟੀਕਰਨ ਦਿੰਦੇ ਨੇ।
ਚੰਡੀਗੜ੍ਹ ਤੋਂ ਵਨੀਤ ਕਪੂਰ ਦੀ ਰਿਪੋਰਟ, ਡੇਲੀ ਪੋਸਟ ਪੰਜਾਬੀ।